अस्सलाम वालेकुम वरहमतुल्लाहि वबरकातुहू। अल्लाहुम्मा सल्लि अला मुहम्मदिन व अला आले मुहम्मद कमा सल्लैता अला इब्राहीम व अला आले इब्राहीम इन्नका हमीदुम मजीद। अल्लाहुम्मा बारिक अला मुहम्मदिन व अला आले मुहम्मद कमा बारकता अला इब्राहीम व अला आले इब्राहीम इन्नका हमीदुम मजीद। दोस्तों, आज 16 नवंबर 2020 ਦੀ ਇੱਕ ਖੂਬਸੂਰਤ ਸੁਬਹ ਫਰੈਂਕਫਰਟ ਦੇ ਕਿਨਾਰੇ ਦੇ ਨਾਲ ਤੁਸੀਂ ਦੇਖ ਰਹੇ ਜੇ ਦੁਨੀਆ ਆਪਣੇ ਆਪਣੇ ਕੰਮਾਂ 'ਤੇ ਰਵਾਂ ਦਵਾਂ, ਅਤੇ ਅਸੀਂ ਹਸਬੇ ਮਾਮੂਲ ਇੱਕ ਛੋਟੀ ਜਿਹੀ ਸੈਰ ਦੇ ਦੌਰਾਨ ਗੁਫ਼ਤਗੂ ਜਾਂ ਛੋਟੀ ਜਿਹੀ ਗੱਪਸ਼ਪ ਦੇ ਨਾਲ ਤੁਹਾਡੇ ਨਾਲ ਇੱਕ ਚੀਜ਼ 2 ਦਿਨ ਪਹਿਲੇ ਪੜ੍ਹਨ ਦਾ ਮੌਕਾ ਮਿਲਿਆ ਕਿ ਬਦਗੁਮਾਨੀ ਕਿਸੇ ਚੀਜ਼ ਦੇ ਮੁਤਲਕ ਆਪਣੀ ਇੱਕ ਗਲਤ ਰਾਏ ਕਾਇਮ ਕਰ ਲੈਣਾ, ਇਹ ਬੜਾ ਇੱਕ ਡੀਪ ਜਿਹਾ ਟੌਪਿਕ ਹੈ। ਲੇਕਿਨ ਛੋਟੀ ਜਿਹੀ ਮਿਸਾਲ ਇੱਕ ਤੁਹਾਨੂੰ ਦੇ ਕੇ ਇਸ਼ਾਰਤਨ ਸਾਰਿਆਂ ਲੋਕਾਂ ਵਾਸਤੇ ਜਿਹੜੇ ਵੀ ਇਹ ਸੁਣਨਗੇ ਕਿ ਇੱਕ ਟ੍ਰੇਨ ਦੇ ਵਿੱਚ ਮੀਆਂ ਬੀਵੀ ਸਫ਼ਰ ਕਰ ਰਹੇ ਸਨ, ਕਾਫੀ ਮੈਚਿਓਰ 50 ਸਾਲ ਤੋਂ ਉੱਤੇ ਉਮਰ। ਉਹਨਾਂ ਦੇ ਸਾਹਮਣੇ ਇੱਕ ਹੋਰ ਮਾਂ ਬਾਪ ਆ ਕੇ ਬੈਠੇ ਜਿਨ੍ਹਾਂ ਦਾ ਨਾਲ ਇੱਕ ਬੇਟਾ ਸੀ, ਤਕਰੀਬਨ 30 ਸਾਲ ਦੀ ਉਮਰ ਦਾ ਮੈਚਿਓਰ। ਉਹ ਟ੍ਰੇਨ ਦੇ ਵਿੱਚ ਜਦੋਂ ਜਿਉਂ ਅੱਗੇ ਚੱਲਦੀ ਜਾਏ ਅਤੇ ਥੋੜ੍ਹੀ ਦੇਰ ਬਾਅਦ ਜਦੋਂ ਨਜ਼ਾਰਾ ਚੇਂਜ ਹੋਏ, ਬਾਹਰ ਕੋਈ ਪਹਾੜ ਆ ਜਾਏ, ਕੋਈ ਜੰਗਲ ਆ ਜਾਏ ਜਾਂ ਕੋਈ ਤੋਂ ਬੇਟਾ ਬਾਹਰ ਦੇਖ ਕੇ ਤੇ ਬੜਾ ਹੀ ਖੁਸ਼ ਹੋਵੇ ਅਤੇ ਆਪਣੇ ਮਾਂ ਬਾਪ ਨੂੰ ਕਹੇ ਕਿ ਦੇਖੋ ਅੰਮਾ ਜੀ ਬਾਹਰ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਹੈ। ਫਿਰ ਕੋਈ ਬੱਦਲ ਸਾਹਮਣੇ ਆ ਜਾਏ, ਫਿਰ ਉਹਨੂੰ ਕਹੇ। ਜਿਹੜੇ ਮੀਆਂ ਬੀਵੀ ਸਾਹਮਣੇ ਬੈਠੇ ਸਨ ਉਹ ਦੇਖ ਕੇ ਬੜਾ ਤੰਗ ਹੋ ਰਹੇ ਸਨ। ਕਹਿੰਦੇ ਕਿ ਇਹਦੀ ਉਮਰ ਦੇਖੋ ਬੰਦੇ ਦੀ, ਔਰ ਇਹ ਇੱਕ ਨਜ਼ਾਰਾ ਚੇਂਜ ਹੋਣ 'ਤੇ ਕਿੰਨੀ ਤਾਰੀਫ ਕਰ ਰਿਹਾ, ਔਰ ਆਪਣੇ ਮਾਂ ਬਾਪ ਨੂੰ ਇਹਦਾ ਇਲਾਜ ਹੋਣਾ ਚਾਹੀਦਾ। ਇਹ ਵਿਚਾਰਾ ਮਾਰੂਮ ਜ਼ਹਿਨੀ ਤੌਰ 'ਤੇ ਮਰੀਜ਼ ਲੱਗ ਰਿਹਾ। ਬਹਰਹਾਲ ਥੋੜ੍ਹੀ ਦੇਰ ਬਾਅਦ ਉਹਨਾਂ ਨੇ ਉਹਦੇ ਮਾਂ ਬਾਪ ਨੂੰ ਕਿਹਾ ਕਿ ਇਸ ਬੱਚੇ ਨੂੰ ਤੁਸੀਂ ਡਾਕਟਰ ਨੂੰ, ਕਿਸੇ ਅੱਛੇ ਸਾਈਕਾਟਰਿਸਟ ਨੂੰ, ਕਿਸੇ ਅੱਛੇ ਡਾਕਟਰ ਨੂੰ ਦਿਖਾਉਣਾ ਸੀ। ਉਹਨਾਂ ਨੇ ਕਿਹਾ ਕਿ ਵੀ ਅਸੀਂ ਡਾਕਟਰ ਕੋਲੋਂ ਹੀ ਆ ਰਹੇ ਹਾਂ ਹੁਣੇ ਨਾ, ਇੱਕ ਬੜਾ ਅੱਛਾ ਆਈ ਸਪੈਸ਼ਲਿਸਟ, ਅਤੇ ਉਹਦੇ ਕੋਲ ਇਹ ਦਰਅਸਲ ਬੇਟਾ ਸਾਡਾ ਜਿਹੜਾ ਪੈਦਾਇਸ਼ੀ ਤੌਰ 'ਤੇ ਅੱਖਾਂ ਤੋਂ ਮਹਿਰੂਮ ਸੀ, ਅਤੇ ਇਹਨੂੰ ਅੱਜ ਹੀ ਅੱਖ ਨਸੀਬ ਹੋਈ ਔਰ ਦੇਖਣਾ ਪਹਿਲੀ ਵਾਰੀ ਜ਼ਿੰਦਗੀ 'ਚ। ਇਹ ਗੱਲ ਸੁਣ ਕੇ ਅਤੇ ਜਿਨ੍ਹਾਂ ਨੇ ਆਪਣੇ ਦਿਲ ਦੇ ਵਿੱਚ ਆਪਣੇ ਵੱਲੋਂ ਮਸ਼ਵਰਾ ਦੇ ਰਹੇ ਸਨ ਔਰ ਉਹਨਾਂ ਨੂੰ ਮਾਂ ਬਾਪ ਨੂੰ ਉਹਨਾਂ ਨੂੰ ਆਪਣੇ ਆਪ ਬੜੀ ਬੇਇੱਜ਼ਤੀ ਮਹਿਸੂਸ ਹੋਈ ਕਿ ਅਸੀਂ ਕੀ ਤਸੱਵਰ ਕਰ ਲਿਆ ਸੀ ਉਹਨੂੰ ਦੇਖ ਕੇ ਕਿ ਇਹ ਬੰਦਾ ਜ਼ਹਿਨੀ ਤੌਰ 'ਤੇ ਮਾਜ਼ੂਰ ਹੈ ਔਰ ਇਹਦਾ ਇਲਾਜ ਹੋਣਾ ਚਾਹੀਦਾ। ਮਿਸਾਲ ਦਾ ਸੁਣਾਉਣ ਦਾ ਮਕਸਦ ਇਹ ਵੇ ਕਿ ਇਸ ਦੁਨੀਆ ਦੇ ਵਿੱਚ ਤੁਸੀਂ ਹਰ ਇਨਸਾਨ ਜਿਹੜਾ ਉਹਨੇ ਇਸ ਤਰ੍ਹਾਂ ਦੇ ਵਾਕਿਆਤ ਜ਼ਿੰਦਗੀ 'ਚ ਜ਼ਰੂਰ ਦੇਖੇ ਨੇ। ਬੱਚਿਆਂ ਤੋਂ ਲੈ ਲਓ, ਅਜ਼ੀਜ਼ਾਂ ਤੋਂ ਲੈ ਲਓ, ਦੋਸਤਾਂ ਤੋਂ ਲੈ ਲਓ, ਆਪਣੇ ਰਿਸ਼ਤੇਦਾਰਾਂ ਤੋਂ, ਕਿ ਕੋਈ ਨਾ ਕੋਈ ਵਾਕਿਆ ਇਸ ਤਰ੍ਹਾਂ ਜ਼ਰੂਰ ਹੋਇਆ ਹੁੰਦਾ ਜਿੱਥੇ ਇਨਸਾਨ ਦੇਖ ਕੇ ਫੌਰੀ ਤੌਰ 'ਤੇ ਇੱਕ ਰਾਏ ਕਾਇਮ ਕਰ ਲੈਂਦਾ ਕਿ ਇਹ ਵੇਖਣਾ ਯਾਰ ਕੀ ਹੋ ਰਿਹਾ। ਲੇਕਿਨ ਜਦੋਂ ਉਹਦੇ ਬਾਅਦ ਅਸਲੀਅਤ ਦਾ ਪਤਾ ਲੱਗਦਾ ਅਤੇ ਫਿਰ ਇਨਸਾਨ ਖੁਦ ਹੀ ਨਦਾਮਤ ਮਹਿਸੂਸ ਕਰਦਾ ਕਿ ਮੈਂ ਕਿੰਨੀ ਜਲਦੀ ਕਰ ਗਿਆ ਇਹ ਰਾਏ ਕਾਇਮ ਕਰਨ ਦੇ ਮੁਤਲਕ ਕਿਸੇ ਨੂੰ। ਕਿਉਂਕਿ ਇਹ ਜਿਹੜੀ ਦੁਨੀਆ ਨੂੰ ਅਗਰ ਖੂਬਸੂਰਤ ਅੰਦਾਜ਼ ਦੇ ਨਾਲ ਚਲਾਉਣਾ ਹੈ ਜਾਂ ਇੰਜੋਏਬਲ ਜ਼ਿੰਦਗੀ ਗੁਜ਼ਾਰਨੀ ਹੈ, ਅਤੇ ਫਿਰ ਸਾਨੂੰ ਆਪਣੀ ਸੋਚ ਜਿਹੜੀ ਹੈ ਉਹਨੂੰ ਇੰਨਾ ਕੁ ਵਸੀ ਕਰਨਾ ਚਾਹੀਦਾ ਕਿ ਅਸੀਂ ਜਿਹੜੀ ਚੀਜ਼ ਵੀ ਵੇਖੀਏ ਉਹਨੂੰ ਪੋਜ਼ੀਟਿਵ ਰੰਗ 'ਚ ਦੇਖੀਏ, ਨੈਗੇਟਿਵਿਟੀ ਜ਼ਿਹਨ 'ਚ ਕਦੇ ਪੈਦਾ ਨਾ ਹੋਵੇ। ਜਿੰਨੀ ਦੇਰ ਤੱਕ ਇਨਸਾਨੀ ਜ਼ਿੰਦਗੀ ਦੇ ਵਿੱਚੋਂ ਨੈਗੇਟਿਵਿਟੀ, ਮਾਈਨਸ ਸੋਚਣਾ, ਨੈਗੇਟਿਵ ਸੋਚਣਾ, ਮੰਫੀ ਸੋਚ ਰੱਖਣਾ ਉਹ ਖ਼ਤਮ ਨਹੀਂ ਹੋਏਗੀ, ਇਸ ਦੁਨੀਆ ਦੇ ਵਿੱਚ ਸਕੂਨ, ਆਰਾਮ ਔਰ ਜਿਹੜੇ ਭਾਈਚਾਰਾ ਉਹ ਨਹੀਂ ਮਿਲ ਸਕਦਾ ਤੁਹਾਨੂੰ। ਬਹਰਹਾਲ ਇੱਕ ਛੋਟਾ ਜਿਹਾ ਨਮੂਨਾ ਸੀ ਇਹ ਗੁਮਾਨ ਕਾਇਮ ਕਰਨਾ। ਇਹ ਕੁਰਾਨ ਮਜੀਦ 'ਚ ਬੜੇ ਵਾਕਿਆਤ ਨੇ, ਅਹਾਦੀਸ 'ਚ ਨੇ ਕਿ ਕੋਈ ਕਿਸੇ ਚੀਜ਼ ਨੂੰ ਦੇਖ ਕੇ ਅਤੇ ਗਲਤ ਰਾਏ ਕਾਇਮ ਕਰ ਲੈਣੀ ਔਰ ਉਹਦੇ ਮੁਤਲਕ ਤੁਸੀਂ ਸੋਚਣਾ ਗੁਨਾਹ ਦਾ ਬਾਇਸ ਬਣ ਜਾਂਦਾ। ਬਾਕਾਇਦਾ ਅਹਾਦੀਸ ਮਿਲਦੀਆਂ ਨੇ। ਅਤੇ ਅੱਲਾਹ ਤਾਲਾ ਸਾਨੂੰ ਸਭ ਨੂੰ ਜਿਹੜਾ ਇਸ ਚੀਜ਼ ਦੇ ਮੁਤਲਕ ਗੌਰ ਕਰਨ ਦੀ ਔਰ ਸੋਚਣ ਦੀ ਤੌਫੀਕ ਦੇਵੇ। ਕੋਈ ਵੀ ਚੀਜ਼ ਹੋਵੇ ਉਹਦੇ ਮੁਤਲਕ ਫਟਾਫਟ ਇੱਕ ਨੈਗੇਟਿਵ ਰਾਏ ਕਾਇਮ ਨਹੀਂ ਕਰ ਲੈਣੀ ਚਾਹੀਦੀ, ਬਲਕਿ ਸੋਚਣਾ ਚਾਹੀਦਾ ਕਿ ਇਹਦੇ ਵਿੱਚੋਂ ਪੋਜ਼ੀਟਿਵ ਚੀਜ਼ਾਂ ਕਿਹੜੀਆਂ ਹੋ ਸਕਦੀਆਂ ਨੇ। ਅੱਲਾਹ ਤਾਲਾ ਦੀ ਕੁਦਰਤ ਦੇ ਅਗਰ ਨਜ਼ਾਰੇ ਬੰਦਾ ਦੇਖਣਾ ਸ਼ੁਰੂ ਕਰ ਦੇ ਔਰ ਗੌਰ ਕਰਨਾ
ਕਿ ਦੇਖੋ ਤੁਸੀਂ ਇਹ ਪੀਲੇ, ਬਿਲਕੁਲ ਪੀਲੇ ਰੰਗ ਦੇ ਜਿਹੜੇ ਪੱਤੇ ਨੇ, ਇਸ ਦੇ ਨਾਲ ਹੀ ਬੈਕ 'ਤੇ ਗ੍ਰੀਨ ਰੰਗ ਦਾ ਇੱਕ ਪੌਦਾ, ਜਿਹੜੇ ਪੱਤੇ ਬਿਲਕੁਲ ਗ੍ਰੀਨ ਨੇ। ਕੀ ਇਹਦੇ 'ਚ ਹਿਕਮਤ ਹੈ? ਖੁਦਾ ਤਾਲਾ ਨੇ ਲਾਜ਼ਮੀ ਇਹਦੇ ਵਿੱਚ ਕੋਈ ਨਾ ਕੋਈ ਐਸੀ ਚੀਜ਼ ਰੱਖੀ ਪਨਾਹ ਜਿਹੜਾ ਇਨਸਾਨ ਨਹੀਂ ਸਮਝ। ਆਲੇ ਦੁਆਲੇ ਤੁਸੀਂ ਦੇਖੋ, ਔਰ ਸੂਰਜ ਦੀ ਆਂਖ ਮਚੋਲੀ, ਉੱਚੀਆਂ ਬਿਲਡਿੰਗਾਂ, ਔਰ ਬੈਕ 'ਤੇ ਜਿਹੜਾ ਬੱਦਲ ਹੈ ਉਹਦੇ 'ਚੋਂ ਕਦੇ ਸੂਰਜ ਨਿਕਲ ਆਉਂਦਾ ਬਾਹਰ, ਕਦੇ ਬੱਦਲ ਆ ਜਾਂਦੇ ਨੇ। ਇਹ ਚੀਜ਼ਾਂ ਨੂੰ ਤੁਸੀਂ ਜਦੋਂ ਸ਼ਾਇਰਾਨਾ ਰੰਗ 'ਚ ਲੋਕ ਬਿਆਨ ਕਰਦੇ ਨੇ ਤਾਂ ਉਹ ਪੜ੍ਹ ਕੇ ਬੜਾ ਮਜ਼ਾ ਆਉਂਦਾ। ਲੇਕਿਨ ਅਗਰ ਤੁਸੀਂ ਇਹਨੂੰ ਰੂਟੀਨ ਦੀ ਚੀਜ਼ ਦੇਖੋ, ਇੱਕ ਆਮ ਜਿਹੀ ਚੀਜ਼ ਹੈ ਬਿਲਕੁਲ। ਇਹ ਪੱਤੇ ਦੇਖੋ, ਇਹ ਪੱਤੇ ਕਹਿ ਰਹੇ ਹਾਂ ਪਰਿੰਦੇ ਸੁਬਹ ਸੁਬਹ ਆਪਣੀ ਖੁਰਾਕ ਵਾਸਤੇ ਨਿਕਲੇ ਨੇ। ਔਰ ਥੋੜ੍ਹਾ ਪਿੱਛੇ ਬੜੀ ਇੱਕ ਖੂਬਸੂਰਤ ਜੀ ਗੀਤਾਂ ਦੀ ਆਵਾਜ਼ ਸੀ, ਜਿਹਨੂੰ ਅਸੀਂ ਆਮ ਤੌਰ 'ਤੇ ਇਹੀ ਕਹਿੰਦੇ ਹਾਂ ਕਿ ਅੱਲਾਹ ਤਾਲਾ ਦੀ ਹਮਦ ਦੇ ਗੀਤ ਗਾ ਰਹੇ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਕੋਈ ਵੀ ਲਮਹਾ ਜ਼ਿੰਦਗੀ ਦਾ ਜਿਹੜਾ ਉਹਨੂੰ ਅਗਰ ਇਨਸਾਨ ਚਾਹੇ ਤਾਂ ਉਹਨੂੰ ਗਨੀਸਨ ਕਰ ਸਕਦਾ, ਉਹਨੂੰ ਖੂਬਸੂਰਤ ਅੰਦਾਜ਼ 'ਚ ਦੇਖ ਸਕਦਾ। ਔਰ ਅਗਰ ਇਨਸਾਨ ਦੇ ਅੰਦਰ ਨੈਗੇਟਿਵਿਟੀ ਹੋਵੇ ਤਾਂ ਕੋਈ ਵੀ ਜ਼ਿੰਦਗੀ ਦਾ ਜਿਹੜਾ ਲਮਹਾ ਹੋਵੇ, ਕੋਈ ਵੀ ਜਿਹੜਾ ਸੀਨ ਤੁਸੀਂ ਅੱਖਾਂ ਦੇ ਸਾਹਮਣੇ ਆਉਂਦਾ, ਉਹਨੂੰ ਤੁਸੀਂ ਇੰਜੋਏ ਨਹੀਂ ਕਰੋਗੇ, ਉਹਨੂੰ ਤੁਸੀਂ ਨੈਗੇਟਿਵ ਸੋਚੋਗੇ ਕਿ ਇਹ ਕੀ, ਇਹਦੇ 'ਚ ਇਹ ਖਾਮੀ ਹੋ ਗਈ, ਇਹ ਇਹਦੇ 'ਚ ਬਣ ਗਈ ਚੀਜ਼। ਬਹਰਹਾਲ ਇਹ ਹਰ ਇਨਸਾਨ ਦਾ ਇੱਕ ਆਪਣਾ ਆਪਣਾ ਅੰਦਾਜ਼ ਹੈ। ਲੇਕਿਨ ਅਗਰ ਜ਼ਿੰਦਗੀ ਨੂੰ ਕੀ ਕਹਿੰਦੇ ਨੇ ਸਕੂਨ ਆਰਾਮ ਨਾਲ ਗੁਜ਼ਾਰਨਾ ਤਾਂ ਫਿਰ ਪੋਜ਼ੀਟਿਵ ਸੋਚ ਕੇ, ਅਤੇ ਅਗਰ ਤਕਲੀਫ 'ਚ ਹੀ ਗੁਜ਼ਾਰਨਾ ਉਹ ਫਿਰ ਇਹ ਵੇ ਕਿ ਬੰਦਾ ਨੈਗੇਟਿਵ ਸੋਚਦਾ ਰਹੇ। ਇਹ ਦੇਖੋ ਸੁਬਹ ਸੁਬਹ ਜਿਹੜੇ ਲੋਕ ਇੱਥੇ ਯੂਰਪ ਦੇ ਵਿੱਚ ਨਿਕਲਦੇ ਨੇ ਨਾ, ਇੱਥੇ ਅਮੂਮਨ ਮੈਂ ਦੇਖਿਆ ਕਿ ਉਹਨਾਂ ਦੇ ਨਾਲ ਇੱਕ ਕੁੱਤਾ ਹੁੰਦਾ। ਔਰ ਕੁੱਤਾ ਜਿਹੜਾ ਹੈ, ਇਹਨਾਂ ਦੀ ਹਿਸਟਰੀ ਜਿਹੜੀ ਕ੍ਰਿਸਚੀਅਨ ਹੈ, ਉਹ ਸਾਹਬੇ ਕਾਫ ਦੇ ਜ਼ਮਾਨੇ ਦਾ, ਉਹ ਜਿਹੜੇ ਉਹ ਬਗਾਰਾਂ ਦੇ ਵਿੱਚ ਜਦੋਂ ਉਹਨਾਂ ਨੇ ਲਈ ਸੀ ਆਪਣਾ ਪਨਾਹ, ਅਤੇ ਉਹਦੇ ਬਾਹਰ ਕੁੱਤੇ ਜਿਹੜੇ ਬਹਿ ਕੇ ਹਿਫਾਜ਼ਤ ਕਰਦੇ ਸਨ। ਉਹ ਇੱਕ ਬੜੀ ਤਾਰੀਖ ਹੈ ਉਹਦੀ। ਉਹ ਲੱਗਦਾ ਕਿ ਉਹਦੀ ਵਜ੍ਹਾ ਤੋਂ ਇਹਨਾਂ ਕੌਮਾਂ ਦੇ ਵਿੱਚ ਜਿਹੜਾ ਕੁੱਤਾ ਵੇ ਉਹ ਬੜਾ ਅਹਿਮੀਅਤ ਰੱਖਦਾ। ਔਰ ਦੂਸਰਾ ਇਹ ਵੀ ਕਿ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਇਨਸਾਨ ਬਹੁਤ ਜ਼ਿਆਦਾ ਮਸਰੂਫ ਹੈ, ਔਰ ਜਿਹੜੇ ਇਨਸਾਨੀ ਰਿਸ਼ਤੇ ਨੇ ਆਪਸ ਦੇ ਵਿੱਚ ਉਹ ਸਾਡੇ ਮੁਲਕਾਂ ਵਾਂਗਰ ਨਹੀਂ ਹੈ। ਉਸ ਵਾਸਤੇ ਫਿਰ ਉਹ ਇੱਕ ਜਾਨਵਰ ਨੂੰ ਨਾਲ ਰੱਖ ਲੈਂਦੇ ਨੇ, ਬਾਹਰ ਨਿਕਲਣਾ ਜਿੱਥੇ ਵੀ ਜਾਣਾ ਤੁਹਾਡੇ ਨਾਲ ਹੋਵੇ ਔਰ ਉਹ ਕੰਪਨੀ ਤੁਹਾਨੂੰ ਦਈ ਰੱਖੇ। ਲਓ ਜੀ, ਸਾਡੀ ਛੋਟੀ ਜਿਹੀ ਸੈਰ ਜਿਹੜੀ ਅੱਜ ਦੀ, ਮੇਰੀ ਕੋਈ ਇੰਨੀ ਲੰਬੀ ਚੌੜੀ ਸੈਰ ਹੁੰਦੀ ਨਹੀਂ, 8-10 ਮਿੰਟ ਦੀ ਜਿਹੜੀ ਵਾਕ ਹੈ, ਉਹਦੇ ਨਾਲ ਇਹ ਫੀਲਿੰਗ ਹੁੰਦੀ ਹੈ ਕਿ ਚਲੋ ਉਹ ਫਰੈਸ਼ ਤਾਜ਼ਾ ਹਵਾ ਮਿਲ ਗਈ ਫੇਫੜਿਆਂ ਨੂੰ, ਅਤੇ ਬਾਕੀ ਫਿਰ ਇਨਸ਼ਾ ਅੱਲਾਹ ਤਾਲਾ ਦੁਬਾਰਾ ਹੋਏਗੀ।